ਭੋਜਨ ਦਾ ਪਾਚਨ ਸਹੀ ਹੋ ਜਾਵੇ ਤਾਂ ਅਸੀਂ 90% ਰੋਗਾਂ ਨੂੰ ਘਰ ਵਿੱਚ ਹੀ ਠੀਕ ਕਰ ਸਕਦੇ ਹਾਂ। ਕੀ ਤੁਹਾਨੂੰ ਵੀ ਗੈਸ, ਬਦਹਜ਼ਮੀ, ਅਪਚ ਜਾਂ ਤੇਜ਼ਾਬ ਰਹਿੰਦਾ ਹੈ? ਤਾਂ ਆਓ ਇੱਕ ਬਹੁਤ ਸੌਖਾ ਨੁਸਖਾ ਆਪਣੀ ਰਸੋਈ ਵਿੱਚੋਂ ਹੀ ਤਿਆਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਖਾਣਾ ਖਾਣ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਖਾਣਾ ਸਹੀ ਤਰੀਕੇ ਨਾਲ ਪਚਣਾ ਚਾਹੀਦਾ ਹੈ ਤੇ ਖਾਣੇ ਤੋਂ ਬਾਅਦ ਅਸੀਂ ਅਕਸਰ ਹੀ ਸੌਂਫ ਚਬਾਉਂਦੇ ਹਾਂ, ਪਰ ਅੱਜ ਅਸੀਂ ਬਹੁਤ ਲਾਜਵਾਬ ਰੈਸਿਪੀ ਤਿਆਰ ਕਰਾਂਗੇ ਜਿਹੜੀ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੀ ਹੈ। ਆਓ ਇਸ ਦੀ ਵਿਧੀ ਸ਼ੁਰੂ ਕਰਦੇ ਹਾਂ। ਸਭ ਕੁਝ ਮਿਣ ਕੇ ਲੈਣਾ ਹੈ। 1 ਚਮਚ ਅਸੀਂ ਧਨੀਏ ਦੇ ਬੀਜ ਲੈ ਰਹੇ ਹਾਂ। ਇਸ ਦੇ ਨਾਲ ਹੀ 1 ਚਮਚ ਅਸੀਂ ਜੀਰਾ ਲੈ ਰਹੇ ਹਾਂ। ਇਸ ਤੋਂ ਬਾਅਦ ਅਸੀਂ ਸੌਂਫ ਲੈਣੇ ਹਨ। ਸੌਂਫ ਅਸੀਂ ਮਿਣ ਕੇ ਉਸੇ ਚਮਚ ਨਾਲ 3 ਵਾਰ ਲੈ ਲਵਾਂਗੇ, ਭਾਵ ਕਿ 3 ਚਮਚ ਸੌਂਫ। ਗਰਮ ਠੰਡੀ ਤਾਸੀਰ ਦੀਆਂ ਚੀਜ਼ਾਂ ਨੂੰ ਦੇਖਦੇ ਹੋਏ ਰੁੱਤ ਦੇ ਹਿਸਾਬ ਨਾਲ ਅਸੀਂ ਚੀਜ਼ਾਂ ਨੂੰ ਲੈਣਾ ਹੈ। 5 ਦਾਣੇ ਮੈਂ ਕਾਲੀਆਂ ਮਿਰਚਾਂ ਦੇ ਲੈ ਰਹੀ ਹਾਂ। ਇਸ ਤੋਂ ਬਾਅਦ ਅਸੀਂ ਜੋ ਮੁੱਖ ਸਮੱਗਰੀ ਇਸ ਵਿੱਚ ਮਿਲਾਉਣੀ ਹੈ ਉਹ ਹੈ ਅਨਾਰਦਾਣਾ। ਅਨਾਰਦਾਣਾ ਮੈਂ ਗਿਣ ਕੇ 10 ਚਮਚ ਲੈ ਰਹੀ ਹਾਂ। ਪੇਟ ਦੇ ਕਿਸੇ ਵੀ ਤਰ੍ਹਾਂ ਦੇ ਰੋਗੀ, ਭਾਵੇਂ ਉਹਨਾਂ ਦਾ ਲਿਵਰ ਠੀਕ ਨਹੀਂ ਰਹਿੰਦਾ ਜਾਂ ਫਿਰ ਉਹਨਾਂ ਨੂੰ ਗੈਸ ਬਣ ਜਾਂਦੀ ਹੈ, ਬਦਹਜ਼ਮੀ ਹੁੰਦੀ ਹੈ, ਅਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ ਜਾਂ ਵਾਰ-ਵਾਰ ਦਸਤ ਲੱਗਦੇ ਹਨ ਤੇ ਜਾਂ ਫਿਰ ਤੇਜ਼ਾਬ ਬਣਦਾ ਹੈ, ਕਿਸੇ ਵੀ ਤਰ੍ਹਾਂ ਦਾ ਰੋਗ ਤੁਹਾਨੂੰ ਪੇਟ ਦੇ ਅੰਦਰ ਤਕਲੀਫ ਦੇ ਰਿਹਾ ਹੈ ਤਾਂ ਅਨਾਰਦਾਣਾ ਉਸ ਦੇ ਉੱਪਰ ਬਹੁਤ ਚੰਗਾ ਕੰਮ ਕਰਦਾ ਹੈ। ਪਾਚਨ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਅਕਸਰ ਹੀ ਇਸ ਗਲਤਫਹਿਮੀ 'ਚ ਰਹਿੰਦੇ ਹਾਂ ਕਿ ਇੱਕੋ ਦਿਨ ਦੇ ਵਿੱਚ ਰੋਗ ਪੈਦਾ ਹੋ ਜਾਂਦਾ ਹੈ। ਛੋਟੇ-ਛੋਟੇ ਲੱਛਣਾਂ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕਦੀ ਵੀ ਪੇਟ ਦੇ ਵਿੱਚ ਭਾਰੀਪਨ ਮਹਿਸੂਸ ਨਹੀਂ ਹੋਣਾ ਚਾਹੀਦਾ। ਪੇਟ ਹਰ ਵੇਲੇ ਹਲਕਾ ਲੱਗਣਾ ਚਾਹੀਦਾ ਹੈ। ਇੱਥੋਂ ਤੱਕ ਕਿ ਭੋਜਨ ਕਰਨ ਤੋਂ ਬਾਅਦ ਵੀ ਪੇਟ ਵਿੱਚ ਭਾਰੀਪਨ ਨਹੀਂ ਹੋਣਾ ਚਾਹੀਦਾ। ਗੈਸ ਇੰਨੀ ਜ਼ਿਆਦਾ ਨਹੀਂ ਬਣਨੀ ਚਾਹੀਦੀ ਕਿ ਸਾਹ ਆਉਣਾ ਔਖਾ ਲੱਗੇ। ਤੇਜ਼ਾਬ ਨਹੀਂ ਬਣਨਾ ਚਾਹੀਦਾ। ਕਬਜ਼ ਨਹੀਂ ਰਹਿਣੀ ਚਾਹੀਦੀ। ਰੋਜ਼ਾਨਾ ਖੁੱਲ ਕੇ ਪੇਟ ਸਾਫ਼ ਹੋਣਾ ਚਾਹੀਦਾ ਹੈ। ਜੇ ਮਾਨਸਿਕ ਤਣਾਵ ਲਓਗੇ ਤਾਂ ਤੁਸੀਂ ਕਦੀ ਆਪਣੀ ਸਿਹਤ ਨੂੰ ਹਾਸਿਲ ਨਹੀਂ ਕਰ ਸਕਦੇ, ਪਰ ਜੇ ਥੋੜਾ ਜਿਹਾ ਵਿਚਾਰ ਕਰੋਗੇ ਤਾਂ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ। ਇਸੇ ਕਰਕੇ ਅਸੀਂ ਅੱਜ ਦੀ ਰੈਸਿਪੀ ਤਿਆਰ ਕਰ ਰਹੇ ਹਾਂ ਜਿਹੜੀ ਪੇਟ ਨੂੰ ਹਰ ਸਮੇਂ ਹਲਕਾ ਰੱਖੇਗੀ। ਅਸੀਂ ਜਿਹੜਾ ਅਨਾਰਦਾਣਾ ਲਿਆ ਹੈ ਇਸ ਨੂੰ ਇੱਕ ਵਾਰੀ ਖਿਲਾਰ ਕੇ ਥੋੜਾ ਜਿਹਾ ਅਸੀਂ ਚੈੱਕ ਜ਼ਰੂਰ ਕਰਾਂਗੇ। ਕਈ ਵਾਰ ਕੋਈ ਤਿਨਕਾ, ਛੋਟਾ-ਮੋਟਾ ਛਿਲਕਾ ਇਸ ਵਿੱਚ ਹੁੰਦਾ ਹੈ। ਧਨੀਆ, ਜੀਰਾ, ਸੌਂਫ ਨੂੰ ਵੀ ਤੁਸੀਂ ਦੇਖ ਲੈਣਾ ਹੈ। ਕਈ ਵਾਰ ਤੁਹਾਨੂੰ 2 ਤਰ੍ਹਾਂ ਦਾ ਅਨਾਰਦਾਣਾ ਮਿਲੇਗਾ, ਮਿੱਠਾ ਤੇ ਖੱਟਾ। ਜੇ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਖੱਟਾ ਅਨਾਰਦਾਣਾ ਲੈ ਕੇ ਆਉਣਾ ਹੈ, ਪਰ ਕਈਆਂ ਨੂੰ ਤੇਜ਼ਾਬ ਬਣਦਾ ਹੈ ਤਾਂ ਉਹ ਮਿੱਠਾ ਅਨਾਰਦਾਣਾ ਲੈ ਕੇ ਆਉਣ। 2 ਚਮਚੇ ਆਪਾਂ ਪਾਣੀ ਦੇ ਲੈ ਲਵਾਂਗੇ। ਇਸ ਵਿੱਚ 1 ਚੁਟਕੀ ਹਲਦੀ ਤੇ 2 ਚੁਟਕੀਆਂ ਜਾਂ ਫਿਰ 1/4 ਚਮਚ ਅਸੀਂ ਸੈਂਧਾ ਨਮਕ ਇਸ ਵਿੱਚ ਪਾ ਦਿਆਂਗੇ। ਹਾਈ ਬੀਪੀ ਦੇ ਪੇਸ਼ੈਂਟ ਨਮਕ ਨੂੰ ਅਵੋਇਡ ਕਰ ਸਕਦੇ ਨੇ, ਉਹ ਬਿਨਾਂ ਨਮਕ ਤੋਂ ਇਸ ਰੈਸਿਪੀ ਨੂੰ ਤਿਆਰ ਕਰ ਸਕਦੇ ਹਨ। ਇਸ ਨੂੰ ਅਸੀਂ ਘੋਲ ਕੇ ਰੱਖ ਲੈਣਾ ਹੈ। ਇਸ ਰੈਸਿਪੀ ਨੂੰ ਬਣਾਉਣ ਤੋਂ ਪਹਿਲਾਂ ਸਾਰਾ ਸਮਾਨ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਗੈਸ ਤੇ ਬਣਾਉਣ ਲੱਗੇ ਇਸ ਨੂੰ ਬਹੁਤਾ ਸਮਾਂ ਨਹੀਂ ਲੱਗਣਾ। ਉੱਥੇ ਸਭ ਕੁਝ ਪਿਆ ਹੋਏਗਾ। ਜਲਦੀ ਦੇ ਵਿੱਚ ਇਹ ਰੈਸਿਪੀ ਅਸੀਂ ਤਿਆਰ ਕਰਨੀ ਹੁੰਦੀ ਹੈ। ਪੈਨ ਨੂੰ ਮੈਂ ਹਲਕਾ ਜਿਹਾ ਗਰਮ ਕਰ ਲਿਆ। ਗੈਸ ਬਿਲਕੁਲ ਮੱਠੀ ਰੱਖਣੀ ਹੈ ਤੇ ਅਸੀਂ ਪਹਿਲਾਂ ਧਨੀਆ, ਜੀਰਾ ਤੇ ਸੌਂਫ ਤੇ ਨਾਲ ਜਿਹੜੀਆਂ ਕਾਲੀਆਂ ਮਿਰਚਾਂ ਲਈਆਂ ਹਨ ਇਹਨਾਂ ਨੂੰ ਰੋਸਟ ਕਰਾਂਗੇ। 1 ਤੋਂ 2 ਮਿੰਟ ਲਗਾਤਾਰ ਚਲਾਉਂਦੇ ਹੋਏ ਰੋਸਟ ਕਰਨਾ ਹੈ ਕਿਉਂਕਿ ਇਹ ਚੀਜ਼ਾਂ ਬਹੁਤ ਜਲਦੀ ਸੜ ਜਾਂਦੀਆਂ ਹਨ। ਇਸ ਕਰਕੇ ਖੁਸ਼ਬੂ ਆਉਣ ਤੱਕ ਅਸੀਂ ਇਹਨਾਂ ਨੂੰ ਭੁੰਨਾਂਗੇ। ਤਿੰਨੋਂ ਹੀ ਚੀਜ਼ਾਂ ਪਾਚਨ ਸ਼ਕਤੀ ਤੇ ਬਹੁਤ ਸੋਹਣਾ ਕੰਮ ਕਰਦੀਆਂ ਹਨ ਤੇ ਭੋਜਨ ਨੂੰ ਪਚਾਉਣ ਵਿੱਚ ਬਹੁਤ ਵਧੀਆ ਕੰਮ ਕਰਦੀਆਂ ਹਨ। ਦੀਪਨ ਪਾਚਨ ਹੋਣਾ ਜ਼ਰੂਰੀ ਹੈ। ਜਿਨ੍ਹਾਂ ਦੀ ਅਗਨੀ ਮੰਦ ਹੈ, ਭੁੱਖ ਹੀ ਨਹੀਂ ਲੱਗ ਰਹੀ, ਬਿਨਾਂ ਭੁੱਖ ਤੋਂ ਲਗਾਤਾਰ ਕਈ ਦਿਨਾਂ ਤੋਂ ਭੋਜਨ ਕਰਦੇ ਆ ਰਹੇ ਨੇ, ਕਈ ਮਹੀਨਿਆਂ ਤੋਂ ਖਾਣਾ ਖਾ ਰਹੇ ਨੇ, ਉਹ ਬਿਮਾਰ ਹੋਣਗੇ ਹੀ ਹੋਣਗੇ। ਜਿਨ੍ਹਾਂ ਦਾ ਭੋਜਨ ਪਚਦਾ ਨਹੀਂ ਹੈ ਫਿਰ ਵੀ ਉਹ ਅਗਲਾ ਖਾਣਾ ਖਾ ਲੈਂਦੇ ਨੇ, ਉਹਨਾਂ ਨੂੰ ਵੀ ਬਿਮਾਰੀਆਂ ਆਉਣਗੀਆਂ ਹੀ ਆਉਣਗੀਆਂ। ਇਸ ਕਰਕੇ ਭੁੱਖ ਲਵਾਉਣੀ ਵੀ ਜ਼ਰੂਰੀ ਹੈ। ਖਾਧਾ ਹੋਇਆ ਭੋਜਨ ਪਚਾਉਣਾ ਵੀ ਜ਼ਰੂਰੀ ਹੈ। ਜਿਵੇਂ ਹੀ ਇਹ ਤਿੰਨੋਂ ਚੀਜ਼ਾਂ ਰੋਸਟ ਹੋ ਜਾਣਗੀਆਂ ਅਸੀਂ 2 ਤੋਂ 3 ਚਮਚ ਮਗਜ਼ ਜਿਹੜੇ ਹਨ ਜਾਂ ਫਿਰ ਅੱਧੀ ਕੁ ਮੁੱਠੀ ਮਗਜ਼ ਇਸ ਵਿੱਚ ਰਲਾ ਦਿਆਂਗੇ। ਸਰਦੀ ਵਿੱਚ ਜਦੋਂ ਅਸੀਂ ਇਹ ਰੈਸਿਪੀ ਤਿਆਰ ਕੀਤੀ ਸੀ ਉਸ ਵੇਲੇ ਅਸੀਂ ਇਸ ਵਿੱਚ ਤਿਲ ਰਲਾਏ ਸਨ, ਪਰ ਗਰਮੀਆਂ 'ਚ ਤਿਲ ਜਿਹੜੇ ਨੇ ਉਹ ਗਰਮ ਨੇ, ਇਸ ਕਰਕੇ ਉਸ ਦੀ ਜਗ੍ਹਾ ਅਸੀਂ ਮਗਜ਼ ਰਲਾ ਰਹੇ ਹਾਂ। ਇਸ ਨੂੰ ਸਿਰਫ ਅੱਧਾ ਕੁ ਮਿੰਟ ਹੀ ਇਸ ਵਿੱਚ ਭੁੰਨਣਾ ਹੈ। ਨਾਲ ਦੀ ਨਾਲ ਹਲਦੀ ਤੇ ਨਮਕ ਵਾਲਾ ਪਾਣੀ ਅਸੀਂ ਇਸ ਵਿੱਚ ਪਾ ਦਿਆਂਗੇ, ਨਹੀਂ ਤਾਂ ਮਗਜ਼ ਜਿਹੜੇ ਨੇ ਉਹ ਤਾਂ ਬਹੁਤ ਜਲਦੀ ਉੱਡਣੇ ਸ਼ੁਰੂ ਹੋ ਜਾਂਦੇ ਹਨ।
ਹੁਣ ਪਾਣੀ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਓਨੀ ਦੇਰ ਤੱਕ ਭੁੰਨਣਾ ਹੈ ਜਦੋਂ ਤੱਕ ਕਿ ਫਿਰ ਤੋਂ ਡਰਾਈ ਨਹੀਂ ਹੋ ਜਾਣਗੇ। ਸਾਰਾ ਜਿਹੜਾ ਨਮਕ ਤੇ ਹਲਦੀ ਵਾਲਾ ਪਾਣੀ ਹੈ ਉਹ ਇਹ ਐਬਜ਼ੌਰਬ ਕਰ ਲੈਣਗੇ। ਇਹਨਾਂ ਦਾ ਸਾਲਟੀ ਜਿਹਾ ਟੇਸਟ ਹੋ ਜਾਏਗਾ ਤੇ ਬਹੁਤ ਹੀ ਸਵਾਦ ਲੱਗਦੇ ਹਨ ਉਸ ਤੋਂ ਬਾਅਦ। ਤੇ ਜਦੋਂ ਇਹ ਭੁੰਨੇ ਜਾਣਗੇ ਤਾਂ ਕਰੰਚ ਵੀ ਇਹਨਾਂ ਵਿੱਚ ਬਣਿਆ ਰਹੇਗਾ। ਸਰਦੀਆਂ ਦੇ ਵਿੱਚ ਅਸੀਂ ਜਿਹੜੀ ਰੈਸਿਪੀ ਪਾਈ ਸੀ ਉਸ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ। ਹੁਣ ਵੀ ਬਹੁਤ ਜ਼ਿਆਦਾ ਕਮੈਂਟ ਆਉਂਦੇ ਹਨ ਕਿ ਅਸੀਂ ਇਸ ਨੂੰ ਖਾ ਸਕਦੇ ਹਾਂ। ਜਦੋਂ ਵਾਰ-ਵਾਰ ਕਮੈਂਟ ਆ ਰਹੇ ਹਨ ਪਰ ਮੈਂ ਜਾਣਦੀ ਹਾਂ ਕਿ ਉਹ ਰੈਸਿਪੀ ਗਰਮੀ ਦੀ ਨਹੀਂ ਹੈ, ਤਾਂ ਮੈਨੂੰ ਲੱਗਿਆ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਗਰਮੀਆਂ ਲਈ ਵੀ ਇੱਕ ਐਸੀ ਰੈਸਿਪੀ ਸ਼ੇਅਰ ਕਰੀਏ ਜਿਸ ਨੂੰ ਅਸੀਂ ਰੋਜ਼ਾਨਾ ਗਰਮੀ ਵਿੱਚ ਖਾ ਸਕਦੇ ਹਾਂ। ਹੁਣ ਨਵੰਬਰ ਤੱਕ ਲਗਭਗ ਸਾਡਾ ਜਿਹੜਾ ਮੌਸਮ ਹੈ ਉਹ ਗਰਮ ਹੀ ਰਹਿੰਦਾ ਹੈ। ਅਸਲੀ ਠੰਡ ਜਿਹੜੀ ਹੈ ਉਹ ਦਸੰਬਰ ਤੋਂ ਸ਼ੁਰੂ ਹੁੰਦੀ ਹੈ, ਤਾਂ ਨਵੰਬਰ ਤੱਕ ਤੁਸੀਂ ਇਸ ਰੈਸਿਪੀ ਦਾ ਸੇਵਨ ਕਰ ਸਕਦੇ ਹੋ। ਭੋਜਨ ਤੋਂ ਬਾਅਦ ਜਦੋਂ ਅਸੀਂ ਅੱਧਾ ਕੁ ਚਮਚ ਇਸ ਦਾ ਲੈਂਦੇ ਹਾਂ ਤਾਂ ਇਹ ਭੋਜਨ ਨੂੰ ਪੂਰੀ ਤਰ੍ਹਾਂ ਪਚਾ ਦਿੰਦੀ ਹੈ। ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹ ਇਸ ਨੂੰ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਲੈਣਗੇ। ਉਦੋਂ ਇਹ ਦੀਪਨ ਦਾ ਕੰਮ ਕਰੇਗੀ, ਯਾਨੀ ਕਿ ਅਗਨੀ ਨੂੰ ਜਲਾਉਣ ਦਾ ਕੰਮ ਕਰੇਗੀ ਤੇ ਪਾਚਨ ਦਾ ਕੰਮ ਤਾਂ ਕਰੇਗੀ ਜੇ ਅਸੀਂ ਭੋਜਨ ਤੋਂ ਬਾਅਦ ਲੈਂਦੇ ਹਾਂ। ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਇਸ ਦਾ ਸੇਵਨ ਕਰ ਸਕਦੇ ਹੋ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਆਯੁਰਵੇਦ ਵਿੱਚ 6 ਰਸਾਂ ਦਾ ਵਰਣਨ ਮਿਲਦਾ ਹੈ। ਮਧੁਰ, ਅਮਨ, ਲਵਨ, ਕਟੂ, ਤਿਕਤ, ਕਸ਼ਾਏ। ਮਧੁਰ ਰਸ ਤੋਂ ਭਾਵ ਹੈ ਮਿੱਠਾ। ਇਹਦਾ ਨੰਬਰ ਪਹਿਲੇ ਨੰਬਰ ਤੇ ਆਉਂਦਾ ਹੈ। ਜਦੋਂ ਵੀ ਅਸੀਂ ਭੋਜਨ ਦਾ ਸੇਵਨ ਕਰਨਾ ਹੈ ਤਾਂ ਸਾਡੀ ਥਾਲੀ ਵਿੱਚ ਜੇ ਕੋਈ ਵੀ ਚੀਜ਼ ਮਿੱਠੀ ਹੈ ਤਾਂ ਉਸ ਤੋਂ ਹੀ ਭੋਜਨ ਦੀ ਸ਼ੁਰੂਆਤ ਕਰਨੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿਹੜੇ ਲੋਕ ਤਾਂ ਵਾਰ-ਵਾਰ ਖਾਣਾ ਖਾਂਦੇ ਹਨ ਉਹਨਾਂ ਨੂੰ ਇਹ ਕੰਮ ਨਹੀਂ ਕਰੇਗਾ। ਜਿਹੜੇ ਭੋਜਨ ਇੱਕ ਸਮੇਂ ਤੋਂ ਬਾਅਦ 4-5 ਘੰਟੇ ਬਾਅਦ ਆਪਣਾ ਦੂਸਰਾ ਮੀਲ ਵੱਡਾ ਲੈਂਦੇ ਹਨ ਤੇ ਵਿਚਕਾਰ ਕਾਫੀ ਭੁੱਖੇ ਰਹਿੰਦੇ ਹਨ, ਉਹਨਾਂ ਨਾਲ ਕੀ ਹੁੰਦਾ ਹੈ ਕਿ ਉਸ ਸਮੇਂ ਵਾਤ ਜਿਹੜੀ ਹੈ ਉਹ ਵਧੀ ਹੁੰਦੀ ਹੈ। ਵਾਤ ਦੀ ਜਿਹੜੀ ਨੇਚਰ ਹੈ ਉਹ ਹੈ ਰੁੱਖਾਪਨ ਹੈ ਉਸ ਦੇ ਅੰਦਰ। ਜਦੋਂ ਅਸੀਂ ਕੁਝ ਵੀ ਮਿੱਠਾ ਖਾਂਦੇ ਹਾਂ ਤਾਂ ਉਹ ਵਾਤ ਦੇ ਰੁੱਖੇਪਨ ਨੂੰ ਸ਼ਾਂਤ ਕਰਦਾ ਹੈ ਤੇ ਸਾਡੇ ਪੇਟ ਨੂੰ ਇੱਕਦਮ ਸ਼ਾਂਤ ਕਰ ਦਿੰਦਾ ਹੈ ਔਰ ਜਿਹੜਾ ਵਾਤ ਦੋਸ਼ ਹੈ ਉਸ ਨੂੰ ਬਿਲਕੁਲ ਬੈਲੈਂਸ ਕਰ ਦਿੰਦਾ ਹੈ। ਉਸ ਤੋਂ ਬਾਅਦ ਅਸੀਂ ਅਮਨ ਲਵਨ ਰਸ ਦਾ ਸੇਵਨ ਕਰਨਾ ਹੈ। ਭਾਵ ਕਿ ਸਾਡੀ ਜਿਹੜੀ ਸਬਜ਼ੀ ਹੈ, ਰੋਟੀ ਹੈ, ਜਿਸ ਵਿੱਚ ਨਮਕ, ਮਿਰਚ, ਮਸਾਲੇ, ਖੱਟਾਪਨ ਸਭ ਕੁਝ ਹੁੰਦਾ ਹੈ, ਤਾਂ ਵਿਚਕਾਰ ਅਸੀਂ ਆਪਣਾ ਉਹ ਭੋਜਨ ਲੈਣਾ ਹੈ ਤਾਂ ਕਿ ਸਾਡੀ ਅਗਨੀ ਜਿਹੜੀ ਹੈ ਉਹ ਠੀਕ ਰਵੇ, ਭੋਜਨ ਦੇ ਵਿੱਚ ਰੁਚੀ ਬਣੇ। ਜਦੋਂ ਸਾਡਾ ਭੋਜਨ ਪੂਰਾ ਹੋ ਜਾਂਦਾ ਹੈ ਤੇ ਅੰਤ ਸਮੇਂ ਤੇ ਭੋਜਨ ਦੇ ਅਸੀਂ ਕਟੂ, ਤਿਕਤ, ਕਸ਼ਾਏ ਰਸ ਲੈਣਾ ਹੁੰਦਾ ਹੈ। ਵੈਸੇ ਤਾਂ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਪਰ ਜੇ ਅਸੀਂ ਪੰਜਾਬੀ 'ਚ ਕਹੀਏ ਤਾਂ ਥੋੜਾ ਕੌੜਾ ਜਿਹਾ, ਥੋੜਾ ਕਸੈਲਾ, ਥੋੜਾ ਰੁੱਖਾ ਜਿਹਾ, ਇਸ ਤਰ੍ਹਾਂ ਦਾ ਭੋਜਨ ਅਸੀਂ ਅੰਤ ਤੇ ਲੈਣਾ ਹੈ। ਇਹਦੇ ਕਈ ਕਾਰਨ ਹਨ। ਇੱਕ ਤਾਂ ਇਹ ਮੁਖ ਦੀ ਸ਼ੁੱਧੀ ਕਰਦਾ ਹੈ, ਕਿਉਂਕਿ ਜਦੋਂ ਆਪਾਂ ਪੂਰਾ ਭੋਜਨ ਕਰ ਲਿਆ ਉਸ ਤੋਂ ਬਾਅਦ ਆਪਣਾ ਮੁਖ ਸ਼ੁੱਧ ਹੋਣਾ ਚਾਹੀਦਾ ਹੈ। ਇੱਕ ਇਹ ਭੋਜਨ ਦੀ ਪੂਰਤੀ ਕਰਦਾ ਹੈ। ਜੇ ਤੁਸੀਂ ਉਸ ਤੋਂ ਬਾਅਦ ਅੱਧਾ ਕੁ ਚਮਚ ਵੀ ਲੈ ਲੈਂਦੇ ਹੋ ਤਾਂ ਤੁਸੀਂ ਓਵਰ ਈਟਿੰਗ ਤੋਂ ਬਚ ਜਾਂਦੇ ਹੋ। ਤੁਹਾਡਾ ਜੀ ਕਰਦਾ ਹੀ ਰਹੇਗਾ ਕਿ ਅਸੀਂ ਹੋਰ ਰੋਟੀ ਖਾਂਦੇ ਰਹੀਏ। ਜੇ ਤੁਸੀਂ ਬੈਲੈਂਸ ਡਾਈਟ ਲਓ, ਤੁਹਾਨੂੰ ਪਤਾ ਹੈ ਕਿ ਮੈਨੂੰ ਇੱਕ ਰੋਟੀ ਨਾਲ ਮੇਰਾ ਕੰਮ ਚੱਲ ਜਾਂਦਾ ਹੈ ਜਾਂ 2 ਨਾਲ ਚੱਲ ਜਾਂਦਾ ਹੈ, ਉਸ ਨੂੰ ਖਾਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਭੁੱਖ ਬਚੀ ਹੈ, ਤੁਸੀਂ ਅੱਧਾ ਕੁ ਚਮਚ ਇਹ ਲਓਗੇ, ਤੁਹਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਏਗਾ। ਤੁਹਾਨੂੰ ਇਹੀ ਫੀਲਿੰਗ ਆਏਗੀ ਕਿ ਤੁਹਾਡਾ ਖਾਣਾ ਪੂਰੀ ਚੰਗੀ ਤਰ੍ਹਾਂ ਪੂਰਾ ਹੋ ਗਿਆ ਹੈ। ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਮੋਇਸਚਰ ਸੀ ਉਹ ਬਿਲਕੁਲ ਹੀ ਸੁੱਕ ਗਿਆ ਹੈ, ਇਹ ਡਰਾਈ ਹੋ ਗਏ ਹਨ। ਇੱਕ ਤਾਂ ਇਹ ਦੁਬਾਰਾ ਫਿਰ ਤੋਂ ਕ੍ਰੈਕਲ ਕਰਨੇ ਸ਼ੁਰੂ ਹੋ ਜਾਂਦੇ ਹਨ, ਚਟਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਦੂਸਰਾ ਹੈ, ਤੁਸੀਂ ਥੋੜਾ ਜਿਹਾ ਹੱਥ ਤੇ ਲੈ ਕੇ ਚੱਖ ਕੇ ਵੀ ਦੇਖ ਸਕਦੇ ਹੋ, ਭਾਰ ਵਿੱਚ ਬਿਲਕੁਲ ਹਲਕੇ ਹੋ ਜਾਂਦੇ ਹਨ ਫਿਰ ਤੋਂ ਪਹਿਲਾਂ ਵਰਗੇ। ਤਾਂ ਜਦੋਂ ਤੁਸੀਂ ਇਹ ਪ੍ਰੀਖਿਆ ਕਰ ਲਓ ਕਿ ਇਹ ਬਿਲਕੁਲ ਤਿਆਰ ਹੈ, ਹੁਣ ਡਰਾਈ ਹੋ ਚੁੱਕਿਆ ਹੈ, ਤਾਂ ਉਸ ਵੇਲੇ ਅਸੀਂ ਇਸ ਵਿੱਚ ਅਨਾਰਦਾਨਾ ਪਾ ਦੇਣਾ ਹੈ। ਗੈਸ ਨੂੰ ਬਿਲਕੁਲ ਬੰਦ ਕਰ ਦੇਣਾ ਹੈ। ਅਨਾਰਦਾਨੇ ਨੂੰ ਸਾਨੂੰ ਸੇਕਣ ਦੀ ਲੋੜ ਨਹੀਂ ਹੈ, ਬਸ ਗਰਮ ਪੈਨ ਦੇ ਵਿੱਚ ਹੀ ਅਸੀਂ 1-2 ਮਿੰਟ ਇਸ ਨੂੰ ਚਲਾ ਕੇ ਸੇਕ ਲਵਾਂਗੇ। ਰੈਸਿਪੀ ਜਿਹੜੀ ਹੈ ਉਹ ਆਪਣੀ ਤਿਆਰ ਹੋ ਗਈ ਹੈ। ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ। ਜੇ ਤੁਸੀਂ ਇਸ ਰੈਸਿਪੀ ਨੂੰ ਦਿਲਚਸਪੀ ਨਾਲ ਦੇਖਿਆ ਹੈ ਤਾਂ ਜ਼ਰੂਰ ਮਨ ਦੇ ਵਿੱਚ ਸੋਚ ਕੇ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਸਵਾਦ ਆਏਗਾ ਜਦੋਂ ਤੁਸੀਂ ਇਸ ਨੂੰ ਚਬਾਓਗੇ। ਇਹਨਾਂ ਦਾਣਿਆਂ ਨੂੰ, ਧਨੀਆ ਹੈ, ਜੀਰਾ ਹੈ, ਸੌਂਫ ਹੈ, ਥੋੜੀ ਜੀ ਕਾਲੀ ਮਿਰਚ ਹੈ, ਉਹ ਤਾਂ ਕਦੀ ਮੂੰਹ ਚ ਆਉਣੀ ਹੈ ਕਿਉਂਕਿ 5 ਹੀ ਦਾਣੇ ਪਾਏ ਨੇ। ਅਨਾਰ ਦਾਣਾ ਹੈ। ਤੁਸੀਂ ਕਿਸ ਤਰ੍ਹਾਂ ਦਾ ਰਸ ਆਪਣੇ ਮੂੰਹ 'ਚ ਮਹਿਸੂਸ ਕਰੋਗੇ, ਇਹ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਣਾ। ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਇਹ ਭੋਜਨ ਤੋਂ ਬਾਅਦ ਕੰਮ ਕਰੇਗੀ ਕਿ ਨਹੀਂ ਕਰੇਗੀ। ਅਸੀਂ ਇਸ ਰੈਸਿਪੀ ਨੂੰ ਪੂਰੀ ਤਰ੍ਹਾਂ ਠੰਡਾ ਕਰ ਲੈਣਾ ਹੈ ਤੇ ਠੰਡਾ ਕਰਕੇ ਅਸੀਂ ਇਸ ਨੂੰ 에ਅਰ ਟਾਈਟ ਡੱਬੇ ਵਿੱਚ ਬੰਦ ਕਰਕੇ ਸਟੋਰ ਕਰਨਾ ਹੈ। ਸਟੋਰ ਕਰਕੇ ਤੁਸੀਂ ਇਸ ਨੂੰ ਆਫਿਸ 'ਚ ਵੀ ਨਾਲ ਲੈ ਕੇ ਜਾ ਸਕਦੇ ਹੋ, ਕਿਤੇ ਵੀ ਇਸ ਨੂੰ ਕੈਰੀ ਕੀਤਾ ਜਾ ਸਕਦਾ ਹੈ ਤੇ ਘਰ ਦੇ ਡਾਈਨਿੰਗ ਟੇਬਲ ਤੇ ਤਾਂ ਅਸੀਂ ਇਸ ਨੂੰ ਜ਼ਰੂਰ ਰੱਖ ਸਕਦੇ ਹਾਂ। ਭੋਜਨ ਕੀਤਾ, ਅੱਧਾ ਕੁ ਚਮਚ ਇਸ ਦਾ ਲਿਆ ਤੇ ਚਬਾ ਲਿਆ। ਚਬਾਨ ਦੇ ਨਾਲ ਡਾਈਜੈਸ਼ਨ ਜਿਹੜੀ ਹੈ ਹੋਰ ਜ਼ਿਆਦਾ ਵਧੀਆ ਹੁੰਦੀ ਹੈ ਜਦੋਂ ਅਖੀਰ ਤੇ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਚਬਾਉਂਦੇ ਹਾਂ।
ਖਾਦਾ ਹੋਇਆ ਭੋਜਨ ਸਹੀ ਤਰੀਕੇ ਨਾਲ ਪਚੇਗਾ ਤਾਂ ਹੀ ਸਹੀ ਪੋਸ਼ਣ ਹੋਏਗਾ। ਆਯੁਰਵੈਦਿਕ ਗ੍ਰੰਥਾਂ ਅਨੁਸਾਰ ਜੇ ਅਸੀਂ ਇਹਨਾਂ ਰਸਾਂ ਦਾ ਸੇਵਨ ਭੋਜਨ ਦੇ ਅਖੀਰ ਤੇ ਕਰਦੇ ਹਾਂ ਤਾਂ ਇਹ ਭੋਜਨ ਵਿੱਚੋਂ ਸਾਰਾ ਪੋਸ਼ਣ ਚੂਸ ਸਾਡੇ ਸਰੀਰ ਨੂੰ ਦਿੰਦੇ ਹਨ। ਇਹਨਾਂ ਬੀਜਾਂ ਵਿੱਚ ਜਿਹੜਾ ਤਿਕਤ ਗੁਣ ਪਾਇਆ ਜਾਂਦਾ ਹੈ, ਤਿੱਖਾ ਜਿਹੜੀ ਇਹਦੀ ਪ੍ਰੋਪਰਟੀ ਹੈ ਇਹਨਾਂ ਦੀ, ਉਹਦੇ ਕਰਕੇ ਸਰੀਰ ਦੇ ਵਿੱਚ ਜਿਹੜਾ ਜ਼ਿਆਦਾ ਕਲੇਦ ਤੇ ਕਫ ਉਸ ਸਮੇਂ ਪੇਟ ਵਿੱਚ ਹੁੰਦਾ ਹੈ ਉਸ ਨੂੰ ਇਹ ਘੱਟ ਕਰਦਾ ਹੈ। ਇਹ ਥੋੜੇ ਹਲਕੇ ਗਰਮ ਵੀ ਹੁੰਦੇ ਹਨ ਜਿਸ ਕਰਕੇ ਅਗਨੀ ਨੂੰ ਤੇਜ਼ ਕਰਨ ਦਾ ਕੰਮ ਕਰਦੇ ਹਨ ਤੇ ਰੁੱਖੇ ਕਸੈਲੇ ਹੋਣ ਕਰਕੇ ਐਬਜ਼ੌਰਪਸ਼ਨ ਪੋਸ਼ਣ ਨੂੰ ਚੂਸਣ ਦਾ ਕੰਮ ਕਰਦੇ ਹਨ। ਹਮੇਸ਼ਾ ਯਾਦ ਰੱਖਣਾ ਕਿ ਲਾਈਫਸਟਾਈਲ ਡਿਸਆਰਡਰਸ ਹਮੇਸ਼ਾ ਉੱਥੋਂ ਸ਼ੁਰੂ ਹੁੰਦੇ ਹਨ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਓਵਰ ਈਟਿੰਗ ਕਰ ਲਈ ਤੇ ਭੋਜਨ ਗਲੇ ਤੱਕ ਆ ਗਿਆ। ਇਹ ਲਗਾਤਾਰ ਹੁੰਦਾ ਜਾਏਗਾ ਤਾਂ ਤੁਹਾਨੂੰ ਲਾਈਫਸਟਾਈਲ ਡਿਸਆਰਡਰਸ ਹੋਣਗੇ। ਤੁਹਾਨੂੰ ਲਗਾਤਾਰ ਤੇਜ਼ਾਬ ਬਣ ਰਿਹਾ ਹੈ, ਤੁਹਾਨੂੰ PCOD, ਥਾਇਰਾਇਡ, ਕੋਲੇਸਟ੍ਰੋਲ, ਡਾਇਬੀਟੀਜ਼ ਕੁਝ ਵੀ ਹੋ ਸਕਦਾ ਹੈ। ਤੁਹਾਨੂੰ ਲਗਾਤਾਰ ਕਬਜ਼, ਗੈਸ, ਬਲੋਟਿੰਗ ਰਹਿ ਰਹੀ ਹੈ ਤਾਂ ਤੁਹਾਨੂੰ ਹਾਰਟ ਦੇ ਰੋਗ, ਪਾਈਲਸ, ਬਵਾਸੀਰ, ਮਾਹਵਾਰੀ ਨਾਲ ਸੰਬੰਧਿਤ ਰੋਗ, ਜੋੜਾਂ ਦੇ ਦਰਦ ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਪਾਚਨ ਤੇ ਧਿਆਨ ਦਿਓ। ਜਿਹੜਾ ਬੰਦਾ ਆਪਣੇ ਸਰੀਰ ਨੂੰ ਹਲਕਾ ਰੱਖਦਾ ਹੈ ਉਸ ਨੂੰ ਕਦੀ ਕੋਈ ਬਿਮਾਰੀ ਨਹੀਂ ਆ ਸਕਦੀ ਤੇ ਉਸ ਦੇ ਲਈ ਅਸੀਂ ਕੋਈ ਜ਼ਿਆਦਾ ਐਫਰਟਸ ਨਹੀਂ ਕਰਨੇ। ਸਿਰਫ ਚੈਨਲ ਨੂੰ ਲਗਾਤਾਰ ਦੇਖੋ, ਭੋਜਨ ਨਿਯਮਾਂ ਨੂੰ ਸਮਝੋ ਤੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਸ਼ਾਮਿਲ ਕਰਦੇ ਜਾਓ ਤੇ ਪੂਰਾ ਦਿਨ ਆਪਣੇ ਸਰੀਰ ਨੂੰ ਭੋਜਨ ਰਾਹੀਂ ਤੇ ਆਪਣੇ ਮਨ ਨੂੰ ਚੰਗੇ ਵਿਚਾਰਾਂ ਰਾਹੀਂ ਸਦਾ ਹਲਕਾ ਰੱਖਣਾ ਹੈ ਤੇ ਸਵਸਥ ਜ਼ਿੰਦਗੀ ਜੀਣੀ ਹੈ। ਇਸ ਮਿਸ਼ਰਣ ਨੂੰ ਤੁਸੀਂ ਪਾਊਡਰ ਵੀ ਕਰਕੇ ਰੱਖ ਸਕਦੇ ਹੋ। ਜਿਨ੍ਹਾਂ ਨੂੰ ਚਬਾਉਣਾ ਔਖਾ ਲੱਗਦਾ ਹੈ ਤੁਸੀਂ ਪੀਸ ਕੇ ਰੱਖ ਸਕਦੇ ਹੋ। ਇਸ ਦਾ ਅੱਧਾ ਚਮਚ ਲੰਚ ਤੋਂ ਬਾਅਦ, ਯਾਨੀ ਕਿ ਜਿਹੜਾ ਦੁਪਹਿਰ ਦਾ ਭਾਰੀ ਭੋਜਨ ਹੈ ਉਸ ਤੋਂ ਬਾਅਦ ਤਾਂ ਅਸੀਂ ਰੋਜ਼ਾਨਾ ਹੀ ਲੈ ਸਕਦੇ ਹਾਂ। ਜੇ ਤੁਹਾਨੂੰ ਜ਼ਿਆਦਾ ਤਕਲੀਫ ਹੈ ਤਾਂ ਤੁਸੀਂ ਦਿਨ ਵਿੱਚ 2 ਜਾਂ 3 ਵਾਰ ਵੀ ਤਿੰਨੋਂ ਭੋਜਨਾਂ ਤੋਂ ਬਾਅਦ ਵੀ ਲੈ ਸਕਦੇ ਹੋ। ਇਹ ਸੀ ਸਾਡਾ ਅੱਜ ਦਾ ਵੀਡੀਓ। ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।